ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ। ਖਾਸ ਅਪਡੇਟਸ ਲੈ ਕੇ ਹਾਜ਼ਰ ਹਾਂ। ਪੰਜਾਬ ਦੀਆਂ ਅਪਡੇਟਸ ਜਿਨ੍ਹਾਂ ਦੇ ਉੱਤੇ ਸਾਰੇ ਦਿਨ ਦੇ ਵਿੱਚ ਸੁਰਖੀਆਂ ਰਹੀਆਂ ਨੇ। ਇਹਨਾਂ ਅਪਡੇਟਸ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਵੀ ਹੈ। ਭਾਜਪਾ ਤੇ ਅਕਾਲੀ ਦਲ ਦੇ ਰਿਸ਼ਤਿਆਂ ਦੀ ਗੱਲ ਵੀ ਕਰਾਂਗੇ ਕਿ ਸੁਖਬੀਰ ਬਾਦਲ ਹੁਣ ਕਿਸ ਤਰ੍ਹਾਂ ਭਾਜਪਾ ਨੂੰ ਅੱਖਾਂ ਵਿਖਾ ਰਹੇ ਨੇ। ਇਸ ਦੇ ਨਾਲ ਹੀ ਰਵਨੀਤ ਬਿੱਟੂ ਵੀ ਭਾਜਪਾ ਦੇ ਉੱਤੇ ਕਾਫੀ ਤੱਤੇ ਹੋਏ ਨੇ। ਇਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਸ਼ੰਭੂ ਮੋਰਚੇ ਦੇ ਉੱਤੇ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਕੀ ਕੁਝ ਕਿਹਾ, ਉਹ ਵੀ ਜ਼ਰੂਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇਸ ਸਾਰੀ ਗੱਲਬਾਤ ਦੀ ਚਰਚਾ ਦੇ ਵਿੱਚ ਮੌਜੂਦ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਡੱਲਾ ਜੀ, ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਡੱਲਾ ਜੀ, ਕਿੱਦਾਂ ਵੇਖ ਰਹੇ ਹੋ? ਰਵਨੀਤ ਬਿੱਟੂ ਨੇ ਇੱਕ ਵੀਡੀਓ ਨਸ਼ਰ ਕੀਤੀ ਹੈ, ਉਸ ਦੇ ਵਿੱਚ ਕਾਫੀ ਤੱਤੇ ਭਾਜਪਾ ਦੇ ਉੱਤੇ ਨਜ਼ਰ ਆਏ ਨੇ। ਦੇਖੋ, ਮੈਂ ਦੇਖਦਾ ਕਿ ਰਵਨੀਤ ਬਿੱਟੂ ਦਾ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਜੀ ਜ਼ੁਬਾਨੀ ਟਕਰਾਅ ਹੈ ਜਿਹੜਾ, ਇਹ ਪਿਛਲੇ 5-7 ਦਿਨਾਂ ਤੋਂ ਕਾਫੀ ਜ਼ਿਆਦਾ ਤੇਜ਼ ਹੈ। ਜਦੋਂ ਤੋਂ ਅਸ਼ਵਨੀ ਕੁਮਾਰ ਜਿਹੜੇ ਕਿ ਭਾਜਪਾ ਦੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਹੋਇਆ, ਜਿਸ ਦਿਨ ਦਾ ਉਹਨਾਂ ਨੇ ਇਹ ਐਲੀਗੇਸ਼ਨ ਲਗਾਇਆ ਜੀ, ਉਸ ਤੋਂ ਬਾਅਦ ਲਗਾਤਾਰ ਰਵਨੀਤ ਬਿੱਟੂ ਔਰ ਭਾਜਪਾ ਦੇ ਲੀਡਰਾਂ ਦੇ ਵਿੱਚ ਜ਼ੁਬਾਨੀ ਟਕਰਾਅ ਚੱਲ ਰਿਹਾ ਹੈ। ਔਰ ਬੀਜੇਪੀ ਦੇ ਲੀਡਰ ਪੰਜਾਬ ਦੇ ਗਵਰਨਰ ਨੂੰ ਵੀ ਮਿਲ ਕੇ ਆਏ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਜਿਹੜੀ ਇਹ ਮੰਗ ਕਰ ਦਿੱਤੀ ਕਿ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾ ਦੇਣਾ ਚਾਹੀਦਾ ਹੈ। ਜੀ, ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹੀ ਗੱਲ ਪੰਜਾਬ 'ਚ ਹੋਗੀ ਕਿ ਜੇ ਕਿਸੇ ਤੇ ਮਾੜਾ ਮੋਟਾ ਹਮਲਾ ਹੋ ਗਿਆ। ਹੁਣ ਅਸੀਂ ਕਿੰਨੇ ਹਮਲੇ ਪਿਛਲੇ ਸਮਿਆਂ ਦੇ ਵਿੱਚ ਪੰਜਾਬ 'ਚ ਚੱਲੇ ਨੇ। ਇਹਦਾ ਮਤਲਬ ਹੈ ਤੁਸੀਂ ਮਾੜੀ ਜਿਹੀ ਗੱਲ ਹੋਊਗੀ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾ ਦੋਗੇ। ਇਹ ਮੰਗ ਹੀ ਨਹੀਂ ਸੀ ਕਰਨੀ ਚਾਹੀਦੀ ਬੀਜੇਪੀ ਵਾਲੇ ਲੀਡਰਾਂ ਨੂੰ ਵੀ ਕਿ ਰਾਸ਼ਟਰਪਤੀ ਸ਼ਾਸਨ ਲਾ ਦਿਓ ਜੀ। ਰਵਨੀਤ ਬਿੱਟੂ ਦੇ ਮੁਤਾਬਕ ਇਹ ਪੋਲੀਟੀਕਲ ਬਿਆਨ ਦਿੱਤਾ ਬੀਜੇਪੀ ਦੇ ਲੀਡਰਾਂ ਨੇ, ਗਵਰਨਰ ਕੋਲੇ ਜਾ ਕੇ ਮੰਗ ਕੀਤੀ ਹੈ ਵੀ ਰਾਸ਼ਟਰਪਤੀ ਸ਼ਾਸਨ ਲਾ ਦਿਓ ਜੀ। ਰਾਸ਼ਟਰਪਤੀ ਸ਼ਾਸਨ ਲਾਉਣ ਵਾਲੀ ਕੋਈ ਗੱਲ ਨਹੀਂ ਪੰਜਾਬ 'ਚ। ਔਰ ਰਵਨੀਤ ਬਿੱਟੂ ਤੱਤਾ ਵੀ ਇਸੇ ਕਰਕੇ ਹੋਇਆ। ਰਵਨੀਤ ਕਹਿੰਦਾ ਵੀ ਬੀਜੇਪੀ ਵਾਲੇ ਲੀਡਰਾਂ ਨੂੰ ਵੀ ਇਹ ਤੁਸੀਂ ਜੰਮੂ ਕਸ਼ਮੀਰ ਨਾ ਸਮਝੋ, ਕਿਉਂਕਿ ਜੰਮੂ ਕਸ਼ਮੀਰ 'ਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਸ਼ਟਰਪਤੀ ਸ਼ਾਸਨ ਲੱਗ ਗਿਆ ਸੀ, ਪੀਡੀਪੀ ਨਾਲ ਟੁੱਟ ਗਈ ਸੀ ਬੀਜੇਪੀ ਦੀ ਗੱਲਬਾਤ। ਪਹਿਲਾਂ ਤਾਂ ਸਾਂਝੀ ਸਰਕਾਰ ਸੀ ਨਾ, ਪੀਡੀਪੀ ਦੀ ਮਹਿਬੂਬਾ ਮੁਫਤੀ ਦੇ ਨਾਲ ਹੀ ਬੀਜੇਪੀ ਨੇ ਸਰਕਾਰ ਬਣਾਈ ਸੀ। ਜਦੋਂ ਸਰਕਾਰ ਟੁੱਟੀ ਫਿਰ ਰਾਸ਼ਟਰਪਤੀ ਸ਼ਾਸਨ ਲੱਗਿਆ। ਚਲੋ ਜੰਮੂ ਕਸ਼ਮੀਰ ਨੂੰ ਤਾਂ ਉਹਨਾਂ ਨੇ ਯੂਟੀ ਵੀ ਬਣਾਤਾ, ਧਾਰਾ 370 ਵੀ ਹਟਾਤੀ, ਉਹ ਗੱਲ ਸਮਝ ਆਉਂਦੀ ਹੈ। ਪਰ ਰਵਨੀਤ ਬਿੱਟੂ ਕਹਿੰਦਾ ਵੀ ਭਾਜਪਾ ਉਸ ਏਜੰਡੇ ਤੇ ਪੰਜਾਬ ਨੂੰ ਨਾ ਦੇਖੇ। ਰਵਨੀਤ ਬਿੱਟੂ ਦਾ ਇਹ ਕਹਿਣਾ ਹੈ ਕਿ ਭਾਜਪਾ ਉਸੇ ਏਜੰਡੇ ਤੇ ਪੰਜਾਬ ਨੂੰ ਦੇਖ ਰਹੀ ਹੈ ਵੀ ਅਸੀਂ ਪੰਜਾਬ 'ਚ ਵੀ ਰਾਸ਼ਟਰਪਤੀ ਸ਼ਾਸਨ ਲਾ ਦਾਂਗੇ। ਰਵਨੀਤ ਬਿੱਟੂ ਕਹਿੰਦਾ ਪੰਜਾਬ ਦੇ ਜਿਹੜੇ ਇਹ ਮਸਲੇ ਨੇ, ਜੋ ਇਸ ਵਕਤ ਸਥਿਤੀਆਂ ਨੇ, ਇਹ ਰਾਸ਼ਟਰਪਤੀ ਸ਼ਾਸਨ ਦੀ ਗੱਲ ਕਰਨ ਵਾਲੀਆਂ ਨਹੀਂ ਹੈ। ਔਰ ਗੱਲ ਠੀਕ ਵੀ ਹੈ ਕਿਤੇ ਨਾ ਕਿਤੇ। ਇਹ ਬਿਲਕੁਲ ਨਹੀਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਇਹ ਮੰਗ ਕਰਨੀ ਚਾਹੀਦੀ ਕਿ ਰਾਸ਼ਟਰਪਤੀ ਸ਼ਾਸਨ ਲਾ ਦਿਓ। ਜੇ ਉਹਨਾਂ ਨੇ ਕੀਤੀ ਹੈ ਤਾਂ ਬਹੁਤ ਗਲਤ ਕੀਤੀ ਹੈ। ਮੈਂ ਵੀ ਇਹਦੇ ਖਿਲਾਫ ਹਾਂ। ਰਾਸ਼ਟਰਪਤੀ ਸ਼ਾਸਨ ਕਿਉਂ ਲੱਗੇ ਜੀ ਪੰਜਾਬ 'ਚ, ਦੱਸੋ। ਔਰ ਰਵਨੀਤ ਬਿੱਟੂ ਦਾ ਇਹੀ ਤਕਰਾਰ ਹੈ ਜਿਹੜਾ ਬੀਜੇਪੀ ਦੇ ਲੀਡਰਾਂ ਨਾਲ ਵੱਧ ਗਿਆ। ਔਰ ਰਵਨੀਤ ਬਿੱਟੂ ਤਾਂ ਇਹ ਕਹਿ ਰਿਹਾ ਇੱਥੋਂ ਤੱਕ ਕਿ ਭਾਜਪਾ ਦੇ ਜਿਹੜੇ ਲੀਡਰ ਨੇ, ਤੁਸੀਂ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਜਾਓ। ਮਨੋਰੰਜਨ ਕਾਲੀਏ ਦਾ ਉਹਨਾਂ ਨੇ ਨਾਂ ਲਿਆ, ਵਿਜੇ ਸਾਂਪਲਾ ਦਾ ਨਾਂ ਲਿਆ। ਦੇਖੋ, ਵਿਜੇ ਸਾਂਪਲਾ ਨੂੰ ਵੀ ਜਦੋਂ ਉਹ ਜਾ ਰਿਹਾ ਸੀ ਮਾਲਵੇ 'ਚ ਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਸਲ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਬੋਲ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੀ ਗੱਲ। ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਿਹਾ ਉਹੀ ਪੰਜਾਬ ਦੇ ਭਾਜਪਾ ਦੇ ਲੀਡਰ ਕਹਿ ਰਹੇ ਨੇ। ਹੁਣ ਜਾਂ ਤਾਂ ਭਾਜਪਾ ਦੇ ਲੀਡਰ ਨਰਿੰਦਰ ਮੋਦੀ ਨੂੰ ਜਾ ਕੇ ਸਮਝਾਉਣ ਵੀ ਜੋ ਤੁਸੀਂ ਕਹਿ ਰਹੇ ਹੋ ਮੋਦੀ ਸਾਹਿਬ, ਉਹ ਪੰਜਾਬ ਦੀ ਜ਼ਮੀਨੀ ਹਕੀਕਤ ਨਹੀਂ ਹੈ। ਮੈਂ ਅੱਜ ਹੀ ਪਤਾ ਕੀਤਾ, ਨਰਮਾ, ਕਪਾਹ, ਇਹ ਵੱਡੀਆਂ ਵੱਡੀਆਂ ਗੱਲਾਂ ਬੀਜੇਪੀ ਵਾਲੇ ਕਰੀ ਜਾਂਦੇ ਨੇ ਕਿ ਜਿਹੜਾ ਅਸੀਂ ਕਾਨੂੰਨ ਲਾਗੂ ਕਰਤਾ ਉਹਦੇ ਨਾਲ ਖੁੱਲੀ ਮੰਡੀ 'ਚ ਕਿਸਾਨਾਂ ਨੂੰ ਫਾਇਦਾ ਹੋਊਗਾ। ਨਰਮਾ ਕਪਾਹ ਜਿਹੜਾ ਸਰਕਾਰੀ ਰੇਟ ਹੈ MSP, ਉਹਦੇ ਨਾਲੋਂ ਵੀ ਘੱਟ ਤੇ ਚੱਕਿਆ ਜਾ ਰਿਹਾ। ਸੋ ਅੱਜ ਸਥਿਤੀਆਂ ਇਹ ਨੇ ਮੋਦੀ ਸਾਹਿਬ, ਆ ਬੀਜੇਪੀ ਵਾਲੇ ਵੀ ਜ਼ਰੂਰ ਸੁਣ ਲੈਣ। ਬੀਜੇਪੀ ਵਾਲੇ ਸੁਣ ਲੈਣ। ਪੰਜਾਬ 'ਚ ਹੁਣ ਜਿਹੜੀ ਮੌਜੂਦਾ ਮੰਡੀਆਂ 'ਚ ਫਸਲਾਂ ਆਈਆਂ ਨੇ, ਨਰਮਾ, ਕਪਾਹ, ਮੱਕੀ, ਇਹ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਤੇ ਵਿਕ ਰਿਹਾ। ਸੋ ਇਹ ਮੈਂ ਤਾਂ ਕਹਿੰਦਾ ਇਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਜ਼ਰੂਰ ਦਿੱਲੀ ਜਾ ਕੇ ਦੱਸਣਾ ਚਾਹੀਦਾ ਮੋਦੀ ਸਾਹਿਬ ਦੇ ਘਰ ਦੇ ਬਾਹਰ। ਔਰ ਪੰਜਾਬ ਦੇ ਕਿਸਾਨਾਂ ਨੂੰ ਵੀ ਇਹ ਗੱਲ ਹਾਈਲਾਈਟ ਕਰਨੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਪੰਜਾਬ ਦੇ ਕਿਸਾਨਾਂ ਨੂੰ ਵੀ ਚਾਹੀਦਾ ਵੀ ਦਿੱਲੀ ਨਰਮਾ, ਕਪਾਹ ਤੇ ਆ ਮੱਕੀ ਵਾਲਾ ਲੈ ਜਾਣ 2-2 ਟਰਾਲੀਆਂ ਤੇ ਉਹਨਾਂ ਨੂੰ ਦੱਸਣ ਵੀ ਆਹ ਰੇਟ ਸਾਨੂੰ ਸਰਕਾਰੀ ਨਾਲੋਂ ਵੀ ਘੱਟ ਮਿਲ ਰਿਹਾ। ਸੋ ਸ਼ਰੇਆਮ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਲੀਡਰ ਔਰ ਦੇਸ਼ ਦੇ ਕਈ ਮੰਤਰੀ ਕਹੀ ਜਾਂਦੇ ਨੇ ਵੀ ਆ ਕਾਨੂੰਨ ਬਣ ਗਿਆ ਜੀ, ਯੁੱਗ ਪਲਟਾਊ, ਤਬਦੀਲੀ ਆਜੂ ਜੀ, ਆਮਦਨ ਦੁੱਗਣੀ ਹੋ ਜੂਗੀ। ਕਣਕ ਝੋਨੇ ਨੂੰ ਛੱਡ ਦਈਏ, ਕਣਕ ਝੋਨੇ ਨੂੰ ਛੱਡ ਦਈਏ, ਕੋਈ ਫਸਲ ਹੈ ਜਿਹੜੀ ਉਹਦਾ ਸਮਰਥਨ ਮੁੱਲ ਹੈ ਜਿਹੜਾ ਕੋਈ ਦੇਣ ਨੂੰ ਤਿਆਰ ਨਹੀਂ, ਨਾ ਉਹਨੂੰ ਕੋਈ ਸਰਕਾਰੀ ਏਜੰਸੀ ਖਰੀਦਣ ਨੂੰ ਤਿਆਰ ਹੈ। ਪ੍ਰਾਈਵੇਟ ਬੋਲੀ ਅੱਧੇ ਪਚੱਧੇ ਮੁੱਲ ਤੇ ਲੱਗ ਰਹੀ ਹੈ। ਸੋ ਇਹ ਹਕੀਕਤ ਹੈ ਕਿ ਨਰਮਾ, ਕਪਾਹ, ਮੱਕੀ, ਇਹੋ ਜਿਹੀਆਂ ਜਿਹੜੀਆਂ ਫਸਲਾਂ ਨੇ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਤੇ ਵਿਕ ਰਹੀਆਂ ਨੇ। ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਹਿੰਦੇ ਵੀ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਸਮਝਾਵਾਂਗੇ ਵੀ ਇਹ ਕਾਨੂੰਨ ਤੁਹਾਡੇ ਫਾਇਦੇ ਵਾਲੇ ਆ। ਮੈਂ ਬੜਾ ਹੈਰਾਨ ਹਾਂ
ਕਿ ਭਾਰਤੀ ਜਨਤਾ ਪਾਰਟੀ ਵਾਲੇ ਲੀਡਰ ਜੇ ਸੱਚਮੁੱਚ ਪੰਜਾਬੀ ਨੇ, ਪੰਜਾਬ ਵਾਲੇ ਜੇ ਸੱਚਮੁੱਚ ਕਿਸਾਨ ਨੇ, ਤੇ ਫਿਰ ਉਹ ਹਕੀਕਤ ਬਿਆਨ ਕਰਨ, ਸਿਆਸਤ ਨਾ ਕਰਨ, ਝੂਠ ਦਾ ਸਹਾਰਾ ਨਾ ਲੈਣ। ਮੋਦੀ ਸਾਹਿਬ ਨੂੰ ਜਾ ਕੇ ਸੱਚ ਦੱਸਣ ਕਿ ਪੰਜਾਬ 'ਚ ਕੀ ਨਰਮਾ, ਕਪਾਹ, ਮੱਕੀ ਘੱਟੋ ਘੱਟ ਸਮਰਥਨ ਮੁੱਲ ਤੇ ਵਿਕ ਰਹੀ ਹੈ ਜਾਂ ਉਸ ਤੋਂ ਘੱਟ ਤੇ ਵਿਕ ਰਹੀ ਹੈ, ਉਸ ਤੋਂ ਘੱਟ ਤੇ ਵਿਕ ਰਹੀ ਹੈ। ਸੋ ਰਵਨੀਤ ਬਿੱਟੂ ਵੀ ਇਸੇ ਕਰਕੇ ਤੱਤਾ ਹੋਇਆ ਕਿ ਭਾਜਪਾ ਦੇ ਜਿਹੜੇ ਪੰਜਾਬ ਵਾਲੇ ਲੀਡਰ ਨੇ ਵੀ ਤੁਸੀਂ ਮੋਦੀ ਸਾਹਿਬ ਦੇ ਜਾ ਕੇ ਉਹਨਾਂ ਨੂੰ ਸਮਝਾਓ।